ये चाहते सन कि अकालियां के मुकाबले से कोई, पर दे नेवर रियलाइज के मुकाबला करते हैं वो खुद ही मुकाबला सारा हो जाएगा। बूटा सिंह ते ਗਿਆਨੀ ਜੈਲ ਸਿੰਘ ਤਾਂ ਬਹੁਤ ਛੋਟੇ ਪਿਆਦੇ ਸੀਗੇ ਇੰਦਰਾ ਗਾਂਧੀ ਦੇ, ਜਿਨ੍ਹਾਂ ਨੂੰ ਬਾਅਦ 'ਚ ਉਹਨੇ ਸਿੱਖਾਂ ਦੇ ਚਿਹਰੇ ਮੂਹਰੇ ਦੇ ਤੌਰ ਤੇ ਵਰਤਿਆ। ਇਹਨਾਂ ਦੀ ਕੋਈ ਅਹਿਮੀਅਤ ਨਹੀਂ ਸੀਗੀ। ਉਹਨਾਂ ਨੇ ਕਿਹਾ ਸੀ ਕਿ ਜੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਨਾ ਤਾਂ ਉਹਦਾ ਜਿਹੜਾ ਜਵਾਬ ਹੈ ਉਹ ਮੂੰਹ ਠੋਕਵਾ ਦਿੱਤਾ ਜਾਊਗਾ। स्थिति तो गंभीर है। वहाँ के एक राजनीतिक दल यानी अकाली दल ने कुछ मांगें रखी, कुछ धार्मिक मांगें, वो अधिकांश हमने मान ली। कुछ ऐसी थीं जो हमें लगा कि हम नहीं मान सकते हैं। मेरे वालों सिखां नूं पुरजोर अपील है कि मूँह तोड़ में जवाब दें, केवल कमर कसा न करन, कमर कसा करके तुरन। ਗੱਲਬਾਤ ਦਾ ਹਰ ਰਸਤਾ ਬੰਦ ਹੋਣ ਤੋਂ ਬਾਅਦ ਹੁਣ ਉਹ ਹੋਣ ਜਾ ਰਿਹਾ ਸੀ ਜਿਸ ਦੇ ਬਾਰੇ ਕਦੇ ਕਿਸੇ ਨੇ ਸੋਚਿਆ ਤੱਕ ਨਹੀਂ ਸੀ। ਪਹਿਲੀ ਵਾਰ ਦਰਬਾਰ ਸਾਹਿਬ ਦੇ ਅੰਦਰ ਗੋਲੀਆਂ ਦੀ ਆਵਾਜ਼ ਗੁਰਬਾਣੀ ਦੀ ਆਵਾਜ਼ ਨੂੰ ਮੱਧਮ ਕਰਨ ਲੱਗ ਪਈ ਸੀ। ਜਿੱਥੇ ਆਸਥਾ ਦਾ ਸੈਲਾਬ ਉਮੜਦਾ ਸੀ ਉਹੀ ਜਗ੍ਹਾ ਜੰਗ ਦੇ ਮੈਦਾਨ 'ਚ ਤਬਦੀਲ ਹੋਣ ਜਾ ਰਹੀ ਸੀ। 1 ਜੂਨ 1984 ਤੱਕ ਫੌਜ ਨੇ ਪੂਰੇ ਪੰਜਾਬ 'ਚ ਮੋਰਚਾ ਸੰਭਾਲ ਲਿਆ ਸੀ। ਕਰੀਬ 70,000 ਫੌਜੀ ਵੱਖ-ਵੱਖ ਥਾਵਾਂ ਤੇ ਤਾਇਨਾਤ ਕਰ ਦਿੱਤੇ ਗਏ। ਪਰ ਅਸਲ ਮੋਰਚਾ ਤਾਂ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਦੇ ਬਾਹਰ ਲੱਗਿਆ ਸੀ, ਜਿੱਥੇ ਸਿੱਧਾ ਮੁਕਾਬਲਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਉਹਨਾਂ ਦੇ ਹਥਿਆਰਬੰਦ ਸਮਰਥਕਾਂ ਦੇ ਨਾਲ ਹੋਣ ਵਾਲਾ ਸੀ। ਹਾਲਾਂਕਿ ਤਦ ਤੱਕ ਫੌਜ ਨੂੰ ਵੀ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਇਹ ਜੰਗ ਇੰਨੀ ਲੰਬੀ ਚੱਲੇਗੀ, ਕਿਉਂਕਿ ਕੁਝ ਲੋਕ ਹਾਲੇ ਤੱਕ ਸਿਰਫ ਇਹੀ ਮੰਨਦੇ ਆ ਰਹੇ ਸਨ ਕਿ ਫੌਜ ਦਾ ਮੁੱਖ ਮਕਸਦ ਸਿਰਫ ਦਬਾਅ ਬਣਾਉਣਾ ਹੈ ਤਾਂ ਕਿ ਅਕਾਲ ਤਖਤ ਤੇ ਕਾਬਜ਼ ਭਿੰਡਰਾਂਵਾਲੇ ਤੇ ਉਹਨਾਂ ਦੇ ਸਾਥੀ ਹਥਿਆਰ ਛੱਡ ਕੇ ਬਾਰ ਵੱਲ ਨੂੰ ਆ ਜਾਣ। ਪਰ ਜੋ ਕੁਝ ਵੀ ਹੋਇਆ ਉਹ ਯੋਜਨਾ ਤੇ ਸੋਚ ਦੋਨਾਂ ਤੋਂ ਕੋਹਾਂ ਦੂਰ ਸੀ। ਫੌਜ ਦੇ ਪਹੁੰਚਣ ਤੋਂ ਪਹਿਲਾਂ ਹੀ ਉੱਥੇ ਮੌਜੂਦ ਲੋਕ ਕਿਸੇ ਅਣਹੋਣੀ ਦਾ ਅਹਿਸਾਸ ਕਰਨ ਲੱਗ ਪਏ ਸਨ ਤੇ ਇਸ ਦੀ ਪਹਿਲੀ ਝਲਕ 1 ਜੂਨ ਨੂੰ ਉਸ ਵੇਲੇ ਵਿਖਾਈ ਦਿੱਤੀ ਜਦ ਦਰਬਾਰ ਸਾਹਿਬ ਦੇ ਬਾਹਰ ਮੌਜੂਦ ਅਰਧ ਸੈਨਿਕ ਬਲਾਂ ਤੇ ਭਿੰਡਰਾਂਵਾਲੇ ਦੇ ਸਮਰਥਕਾਂ ਵਿਚਾਲੇ ਮੁਕਾਬਲਾ ਹੋਇਆ। ਇਹ ਪਹਿਲੀ ਵਾਰ ਸੀ ਜਦ ਸੁਰੱਖਿਆ ਬਲਾਂ ਨੂੰ ਗੋਲੀਆਂ ਚਲਾਉਣੀਆਂ ਪਈਆਂ। ਹਾਲਾਂਕਿ ਇਸ ਨੂੰ ਲੈ ਕੇ ਵੀ ਵੱਖ-ਵੱਖ ਗੱਲਾਂ ਸਾਹਮਣੇ ਆਉਂਦੀਆਂ ਨੇ ਕਿ ਪਹਿਲਾਂ ਗੋਲੀ ਕਿੱਧਰੋਂ ਚੱਲੀ। 1 ਤਰੀਕ ਨੂੰ ਉੱਥੇ ਗੋਲੀ ਚੱਲੀ, CRP ਨੇ ਗੋਲੀ ਚਲਾਈ ਜਿਹਦੀ ਕਿ ਸਿੱਧੇ ਫਾਇਰ ਜਿਹੜੇ ਆ ਉਹ ਦਰਬਾਰ ਸਾਹਿਬ ਦੇ ਅੰਦਰ ਪ੍ਰਕਰਮਾਂ ਵਿੱਚ, ਤੇ ਉੱਥੇ ਇੱਕ ਸਿੰਘ ਵੀ ਸ਼ਹੀਦ ਹੋਇਆ, ਉਹਦਾ ਨਾਮ ਮਹਿੰਗਾ ਸਿੰਘ ਸੀ, ਉਹ ਸ਼ਹੀਦ ਹੋ ਗਿਆ ਤੇ ਬਹੁਤ ਸਾਰਾ ਇੱਕ ਭੈ ਦਾ ਮਾਹੌਲ ਪੈਦਾ ਕੀਤਾ ਗਿਆ। 1 ਜੂਨ ਨੂੰ ਜੋ ਕੁਝ ਵੀ ਵਾਪਰਿਆ ਉਸ ਦੇ ਬਾਅਦ ਭਿੰਡਰਾਂਵਾਲੇ ਨੇ ਖੁਦ TV ਤੇ ਆ ਕੇ ਬਿਆਨ ਦਿੱਤਾ। ਅਕਾਲ ਤਖਤ ਦੇ ਅੰਦਰ ਹੀ ਪੱਤਰਕਾਰਾਂ ਦਾ ਜਮਾਵੜਾ ਲੱਗਿਆ ਤੇ ਇੱਥੋਂ ਹੀ ਉਹ ਅਖੀਰਲੀ ਵਾਰ ਦੁਨੀਆ ਦੇ ਰੂਬਰੂ ਹੋਏ। ਅੰਗਰੇਜ਼ਾਂ ਦੇ ਰਾਜ ਦੇ ਸਾਰੇ ਪਾਪ ਨੂੰ ਇਸ ਰਾਜ ਵਾਲੇ ਨੇ ਸਾਹਮਣੇ ਫੌਜ ਖੜੀ ਸੀ ਪਰ ਸੰਤ ਦੇ ਤੇਵਰਾਂ 'ਚ ਕੋਈ ਵੀ ਬਦਲਾਅ ਨਹੀਂ ਆਇਆ। ਮੇਰੇ ਵੱਲੋਂ ਸਿੱਖਾਂ ਨੂੰ ਪੁਰਜੋਰ ਅਪੀਲ ਹੈ ਕਿ ਮੂੰਹ ਤੋੜ ਮੈਂ ਜਵਾਬ ਦੇਣ। ਉਹਨਾਂ ਨੇ ਵੀ ਐਲਾਨੇ ਜੰਗ ਕਰ ਦਿੱਤਾ। ਸਿੱਖਾਂ ਦੇ ਉੱਪਰ ਇਦੋਂ ਹੋਰ ਕੋਈ ਵੱਡੀ ਗੁਲਾਮੀ ਦੀ ਨਿਸ਼ਾਨੀ ਨਹੀਂ ਹੋ ਸਕਦੀ ਜਿਹੜਾ ਹੁਣ ਪਾਪ ਹੋਇਆ। ਫੌਜ ਨੂੰ ਜ਼ਿੰਮਾ ਸੌਂਪਿਆ ਜਾ ਚੁੱਕਿਆ ਸੀ। ਫਿਰ ਵੀ ਅਗਲੇ 2 ਦਿਨ ਯਾਨੀ 2 ਜੂਨ ਨੂੰ ਇੰਦਰਾ ਗਾਂਧੀ ਨੇ ਦੂਰਦਰਸ਼ਨ ਦੇ ਜ਼ਰੀਏ ਇੱਕ ਵਾਰ ਫਿਰ ਤੋਂ ਗੱਲਬਾਤ ਦਾ ਸੱਦਾ ਦਿੱਤਾ ਤੇ ਇੱਕ ਤਰ੍ਹਾਂ ਨਾਲ ਪਹਿਲੀ ਵਾਰ ਸੰਕੇਤ ਦਿੱਤੇ ਗਏ ਕਿ ਹੁਣ ਕੋਈ ਨਾ ਕੋਈ ਸਿੱਧਾ ਐਕਸ਼ਨ ਲਿਆ ਜਾਵੇਗਾ। ਸਰਕਾਰ ਸੂਬੇ 'ਚ ਅੱਤਵਾਦ ਤੇ ਹਿੰਸਾ ਖਤਮ ਕਰਕੇ ਹੀ ਰਹੇਗੀ। ਮੈਂ ਅਕਾਲੀ ਨੇਤਾਵਾਂ ਨੂੰ ਅਪੀਲ ਕਰਦੀ ਹਾਂ ਕਿ ਉਹ ਅਨਾਜ ਦੀ ਆਵਾਜਾਈ ਰੋਕਣ ਵਾਲਾ ਆਪਣਾ ਅੰਦੋਲਨ ਖਤਮ ਕਰ ਦੇਣ। ਜੰਗ ਸ਼ੁਰੂ ਹੋਣ ਵਾਲੀ ਸੀ। ਐਸੇ ਲਈ ਇਹਤਿਆਤਨ ਪੰਜਾਬ ਦੇ ਅੰਦਰ ਵਿਦੇਸ਼ੀਆਂ ਦੇ ਆਉਣ ਤੇ ਪਾਬੰਦੀ ਲਗਾ ਦਿੱਤੀ ਗਈ। ਰੇਲ ਤੋਂ ਲੈ ਕੇ ਹਵਾਈ ਸੇਵਾਵਾਂ ਠੱਪ ਕਰ ਦਿੱਤੀਆਂ ਗਈਆਂ। ਯਾਨੀ ਹੁਣ ਪੰਜਾਬ ਮੁਲਕ ਦੇ ਦੂਸਰੇ ਹਿੱਸਿਆਂ ਤੋਂ ਬਿਲਕੁਲ ਵੱਖ ਹੋ ਚੁੱਕਿਆ ਸੀ। ਆਬੋ ਹਵਾ ਦੇ ਅੰਦਰ ਇੱਕ ਅਜੀਬ ਜੀ ਬੇਚੈਨੀ ਦਾ ਮਾਹੌਲ ਸੀ ਜਿਸ ਨਾਲ ਵਾਰ-ਵਾਰ ਕਿਸੇ ਅਣਹੋਣੀ ਦੇ ਸੰਕੇਤ ਮਿਲ ਰਹੇ ਸਨ।
डर ਅਤੇ ਤਣਾਅ ਵਿਚਾਲੇ 3 ਜੂਨ ਦੀ ਸ਼ੁਰੂਆਤ ਹੋਈ। ਇਹ ਉਹ ਪਵਿੱਤਰ ਦਿਹਾੜਾ ਸੀ ਜਦ ਪੂਰੀ ਸਿੱਖ ਕੌਮ 5ਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੀ ਸੀ। ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਨਤਮਸਤਕ ਹੋਣ ਦੇ ਲਈ ਸ਼ਰਧਾਲੂਆਂ ਦਾ ਜੱਥਾ ਦਰਬਾਰ ਸਾਹਿਬ ਪਹੁੰਚ ਰਿਹਾ ਸੀ। ਇਸ ਗੱਲ ਤੋਂ ਪੂਰੀ ਤਰ੍ਹਾਂ ਬੇਪਰਵਾਹ ਕਿ ਕੁਝ ਦੇਰ 'ਚ ਇੱਥੇ ਹਾਲਾਤ ਇਸ ਕਦਰ ਖਰਾਬ ਹੋਣ ਵਾਲੇ ਨੇ। ਚਸ਼ਮਦੀਦ ਦੱਸਦੇ ਨੇ ਕਿ ਮੌਕਾ ਭਾਵੇਂ ਹੀ ਆਸਥਾ ਦਾ ਸੀ, ਪਰ ਮਾਹੌਲ ਪੂਰੀ ਤਰ੍ਹਾਂ ਦਹਿਸ਼ਤ ਨਾਲ ਭਰਪੂਰ ਸੀ। ਇਹ ਇਦਾਂ ਲੱਗ ਰਿਹਾ ਸੀ ਕਿ ਜਦੋਂ ਤੁਸੀਂ ਅੱਜ ਵੀ ਜਾਓ ਤੇ ਜਲਿਆਂਵਾਲੇ ਬਾਗ ਤੋਂ ਸਾਹਮਣੇ ਘੰਟਾ ਘਰ ਦੀ ਡਿਊਟੀ ਦਿਖਾਈ ਦਿੰਦੀ ਆ। ਅਸੀਂ ਜਲਿਆਂਵਾਲਾ ਟੱਪਣ ਤੋਂ ਬਾਅਦ ਉਸ ਥਾਂ ਤੇ ਰੁਕ ਗਏ, ਟਰਾਲੀ ਸੀ, ਟਰਾਲੀ ਦੇ ਵਿੱਚ ਅਸੀਂ ਜਾ ਰਹੇ ਸੀ ਤੇ ਇਦਾਂ ਲੱਗ ਰਿਹਾ ਸੀ ਵੀ ਇੱਕ ਪਾਕਿਸਤਾਨ ਤੇ ਹਿੰਦੁਸਤਾਨ ਦਾ ਜਿਵੇਂ ਬਾਰਡਰ ਹੈ। ਇੱਦਾਂ ਜਿਹੜੇ ਦਰਬਾਰ ਸਾਹਿਬ ਦੇ ਅੰਦਰ ਬੈਠੇ ਜਿਹੜੇ ਸਿੱਖ ਸੀ ਉਹ ਉਧਰ ਦੂਰ ਦਿਖਾਈ ਦੇ ਰਹੇ ਸੀ, ਅਸੀਂ ਇੱਧਰ ਖੜੇ ਸੀ, ਵਿਚਕਾਰ CRP ਦਾ ਇਸ ਤਰ੍ਹਾਂ ਦਾ ਸੀ, ਹਾਲਾਤ ਇਸ ਤਰ੍ਹਾਂ ਦੇ ਸੀ ਵੀ ਕਦੋਂ ਵੀ ਕੋਈ ਗੋਲੀ ਚੱਲ ਸਕਦੀ ਹੈ, ਮਤਲਬ ਇਸ ਤਰ੍ਹਾਂ ਦਾ ਇੱਕ ਹਾਲਾਤ ਪੈਦਾ ਹੋ ਗਈ। ਪੰਜਾਬ ਭਰ ਤੋਂ ਵੱਡੀ ਗਿਣਤੀ 'ਚ ਲੋਕ ਦਰਬਾਰ ਸਾਹਿਬ 'ਚ ਇਕੱਠਾ ਹੋ ਰਹੇ ਸਨ ਕਿ ਤਦੇ ਅਚਾਨਕ ਖਬਰ ਆਈ ਕਿ ਪੂਰੇ ਪੰਜਾਬ 'ਚ ਕਰਫਿਊ ਲਗਾ ਦਿੱਤਾ ਗਿਆ। ਅੰਮ੍ਰਿਤਸਰ 'ਚ ਮੌਜੂਦ ਪੱਤਰਕਾਰਾਂ ਨੂੰ ਉੱਥੋਂ ਬਾਹਰ ਭੇਜਣ ਜਾਣ ਲੱਗ ਪਿਆ ਤੇ ਹੌਲੇ-ਹੌਲੇ ਚੱਪੇ ਤੇ ਫੌਜ ਦੇ ਜਵਾਨ ਵਿਖਾਈ ਦੇਣ ਲੱਗ ਪਏ। 3 ਤਰੀਕ ਨੂੰ ਕਰੀਬ 11 ਵਜੇ ਦੇ ਕਰੀਬ ਸਾਨੂੰ ਇਹ ਪਤਾ ਲੱਗ ਗਿਆ, ਕਿਉਂਕਿ ਅਸੀਂ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਦਫ਼ਤਰ ਨਾਲ ਸਿੱਧੇ ਤੌਰ ਤੇ ਰਾਬਤੇ ਸੀ ਤੇ ਉੱਥੇ ਇਹ ਗੱਲ ਪਤਾ ਲੱਗ ਗਈ ਸੀ ਕਿ ਹੁਣ ਜਿਹੜੀ ਆ ਫੌਜ ਜਿਹੜੀ ਆ ਹਿੰਦੁਸਤਾਨ ਦੀ ਫੌਜ ਨੇ CRP ਦੀ ਥਾਂ ਤੇ ਪੋਜੀਸ਼ਨਾਂ ਲੈ ਲਈਆਂ ਤੇ ਉਹ ਫੌਜ ਲੱਗ ਗਈ ਆ ਤੇ 4 ਤਰੀਕ ਨੂੰ ਹਮਲਾ ਹੋ ਜਾਣਾ। ਇਹ ਗੱਲ ਉਦੋਂ 3 ਤਰੀਕ ਨੂੰ ਦਿਨੇ ਹੀ ਇਸ ਗੱਲ ਦਾ ਜਿਹੜੀ ਜਾਣਕਾਰੀ ਮਿਲ ਗਈ ਸੀ। ਸੋ ਉਸ ਟਾਈਮ ਤੇ ਕਾਫੀ ਜਿਹੜੀ ਅੰਦਰ ਜਿਹੜਾ ਮਾਹੌਲ ਸੀਗਾ ਉਹ ਕਾਫੀ ਸਰਗਰਮੀ ਦਾ ਮਾਹੌਲ ਸੀ। ਸ਼ਾਮ ਤੋਂ ਜਦੋਂ ਇਹਨਾਂ ਨੇ ਜਦੋਂ ਕਰਫਿਊ ਲੱਗਿਆ, ਇੰਡੈਫੀਨਿਟ ਕਰਫਿਊ ਲੱਗ ਗਿਆ, ਨਹੀਂ ਤਾਂ ਕਰਫਿਊ ਹੁੰਦਾ ਵੀ 24 ਘੰਟੇ ਲੱਗਿਆ ਜਾਂ 26 ਘੰਟੇ ਦਾ ਲੱਗਿਆ ਜਾਂ 48 ਘੰਟੇ ਦਾ ਲੱਗਿਆ। ਇੰਡੈਫੀਨਿਟ ਕਰਫਿਊ ਲੱਗਿਆ, ਸਾਰੀਆਂ ਗੱਡੀਆਂ ਬੰਦ ਕਰਤੀਆਂ, ਅਖਬਾਰ ਬੰਦ ਕਰਤੇ, ਟੈਲੀਫੋਨ ਬੰਦ ਕਰਤੇ, ਬਿਜਲੀ ਬੰਦ ਕਰਤੀ ਪੰਜਾਬ ਦੀ ਤੇ ਹਰ ਜਿਹੜੀ ਮੂਵਮੈਂਟ ਆਏਗੀ ਆ ਸਾਈਕਲ ਚੱਲਣ, ਗੱਡੀਆਂ ਚੱਲਣ ਤੇ, ਬੱਸਾਂ ਕਾਰਾਂ ਚੱਲਣ ਤੇ, ਗੱਡੇ ਚੱਲਣ ਤੇ ਸਭ ਤੇ ਪਾਬੰਦੀ ਲਾਤੀ ਹੋਈ, ਇੱਧਰ ਉੱਧਰ ਜਾਣਾ ਸੀ। 3 ਜੂਨ ਦੀ ਦੇਰ ਰਾਤ ਅੰਮ੍ਰਿਤਸਰ ਸਮੇਤ ਪੂਰੇ ਪੰਜਾਬ ਦੀ ਸੁਰੱਖਿਆ ਵਧਾ ਦਿੱਤੀ ਗਈ। ਦਰਬਾਰ ਸਾਹਿਬ ਦੇ ਚੁਗਿਰਦੇ ਦੀਆਂ ਇਮਾਰਤਾਂ ਤੇ ਜਵਾਨਾਂ ਦੀ ਤੈਨਾਤੀ ਕਰ ਦਿੱਤੀ ਗਈ ਸੀ ਜੋ ਪੂਰੇ ਦਰਬਾਰ ਸਾਹਿਬ ਪਰਿਸਰ ਤੇ ਆਪਣੀ ਨਜ਼ਰ ਗੜਾ ਕੇ ਬੈਠੇ ਸਨ। ਜਦ ਰਾਤ ਵੇਲੇ ਅਚਾਨਕ ਜਗਮਗਾਉਂਦੇ ਦਰਬਾਰ ਸਾਹਿਬ ਦੀ ਬੱਤੀ ਗੁੱਲ ਕਰ ਦਿੱਤੀ ਗਈ ਤਾਂ ਬੇਚੈਨੀ ਸਿਖਰ ਤੇ ਪਹੁੰਚ ਚੁੱਕੀ ਸੀ। ਉਸ ਮੌਕੇ ਤੇ ਗਵਾਹ ਲੋਕ ਦੱਸਦੇ ਨੇ ਕਿ ਅਜਿਹਾ ਹਨੇਰਾ ਤੇ ਸੰਨਾਟਾ ਇਸ ਤੋਂ ਪਹਿਲਾਂ ਕਦੇ ਨਹੀਂ ਸੀ ਵੇਖਿਆ ਗਿਆ। ਹਾਲਾਂਕਿ ਤਦ ਤੱਕ ਵੀ ਫੌਜ ਨੂੰ ਲੱਗ ਰਿਹਾ ਸੀ ਕਿ ਉਹਨਾਂ ਦੀ ਤਾਕਤ ਦੇ ਅੱਗੇ ਪਿੰਡਰਾਂ ਵਾਲੇ ਅਤੇ ਉਹਨਾਂ ਦੇ ਸਮਰਥਕ ਗੋਡੇ ਟੇਕ ਦੇਣਗੇ। ਇਸ ਦੇ ਲਈ ਵਾਰ-ਵਾਰ ਮੁਨਾਦੀ ਵੀ ਕਰਵਾਈ ਜਾ ਰਹੀ ਸੀ। ਆਪਰੇਸ਼ਨ ਦੇ ਬਾਅਦ ਫੌਜ ਵੱਲੋਂ ਜਾਰੀ ਬਿਆਨ ਦੱਸਦੇ ਨੇ ਕਿ ਅਪੀਲ ਦਾ ਜਵਾਬ ਗੋਲੀਆਂ ਦੀ ਗੜਗੜਾਹਟ ਦੇ ਰੂਪ 'ਚ ਸਾਹਮਣੇ ਆਇਆ ਤੇ ਇਸ ਤਰ੍ਹਾਂ 4 ਜੂਨ ਨੂੰ ਤੜਕਸਾਰ ਦਾ ਸੰਨਾਟਾ ਖਤਮ ਹੋ ਚੁੱਕਿਆ ਸੀ। ਇਸ ਕਾਰਵਾਈ ਨਾਲ ਫੌਜ ਨੂੰ ਵੀ ਅਹਿਸਾਸ ਹੋ ਚੁੱਕਿਆ ਸੀ ਕਿ ਦੁਸ਼ਮਣ ਦੀ ਤਾਕਤ ਉਹਨਾਂ ਦੇ ਅੰਦਾਜ਼ੇ ਤੋਂ ਕਿਤੇ ਵੱਧ ਹੈ। ਬੰਕਰ ਤੋਂ ਲੈ ਕੇ ਹਰ ਉਹ ਤਰਕੀਬ ਤਿਆਰ ਸੀ ਜੋ ਕਿਸੇ ਵੀ ਜੰਗ ਦੇ ਮੈਦਾਨ 'ਚ ਹੁੰਦੀ ਹੈ। ਬੱਬਰ ਖਾਲਸਾ ਦੇ ਹਥਿਆਰਬੰਦ ਲੜਾਕੂ ਗੁਰੂ ਰਾਮਦਾਸ ਸਰਾਹ ਦੇ ਕੋਲ ਮੌਜੂਦ ਉੱਚੀ ਪਾਣੀ ਦੀ ਟੈਂਕੀਆਂ ਤੋਂ ਘਾਤ ਲਾ ਕੇ ਲਗਾਤਾਰ ਗੋਲੀਆਂ ਵਰਾ ਰਹੇ ਸਨ। ਫੌਜ ਨੇ ਇਸ ਦਾ ਜਵਾਬ ਦਿੰਦਿਆਂ ਉਸ ਟੈਂਕੀ ਨੂੰ ਹੀ ਨੇਸਤੋ ਨਾਬੂਦ ਕਰ ਦਿੱਤਾ। ਭਾਰਤੀ ਫੌਜ ਵੱਲੋਂ ਇਹ ਪਹਿਲਾ ਵੱਡਾ ਜਵਾਬ ਸੀ। ਤੇ ਮੈਨੂੰ ਉਹ ਸੀਨ ਯਾਦ ਆ ਅੱਜ ਵੀ ਕਿ ਜਦੋਂ ਟੈਂਕੀ ਦੇ ਗੋਲਾ ਮਾਰਿਆ, ਉਹ ਟੈਂਕੀ ਦਾ ਪਾਣੀ ਜਿਹੜਾ ਵਾ ਉਹ ਜਿਹੜੀ ਸਰਾਂ ਦੇ ਵਿਚਕਾਰ ਜਿਹੜਾ ਵਿਹੜਾ ਸੀ ਉੱਥੇ ਪਾਣੀ ਰੁਕਿਆ ਹੋਇਆ ਸੀ ਤੇ ਜਿਹੜੇ ਬੱਚੇ ਸੀ, ਬਜ਼ੁਰਗ ਸੀ, ਹੋਰ ਆ, ਪਾਣੀ ਦੀ ਇੰਨੀ ਜ਼ਿਆਦਾ ਕਿੱਲਤ ਆ ਗਈ ਕਿ ਉਹ ਉਸ ਪਾਣੀ ਨੂੰ ਪੀ ਰਹੇ ਸੀ। ਇਹ ਵੀ ਕਹਿੰਦੇ ਨੇ ਬਹੁਤ ਸਾਰੇ ਬੰਦੇ ਜਿਹੜੇ ਮੇਜਰ ਜਨਰਲ ਸੁਬੇਗ ਸਿੰਘ ਦੇ ਸਾਬਕਾ ਫੌਜੀ ਵੀ ਵਿੱਚ ਸੀ, ਫੌਜੀ ਵੀ ਵਿੱਚ ਬੜੇ ਆ ਗਏ ਸੀਗੇ ਪਿੰਡ ਵਾਲਿਆਂ ਦੇ ਨਾਲ। ਹਾਂਜੀ, ਲੜਾਈ ਉਹਨਾਂ ਨੇ ਬਹੁਤ ਜ਼ਬਰਦਸਤ ਕੀਤੀ ਆ। ਫੌਜ ਦਾ ਵੀ ਬਹੁਤ ਨੁਕਸਾਨ ਕੀਤਾ, ਐਸੀ ਗੱਲ ਨਹੀਂ, ਫੌਜ ਦਾ ਵੀ ਬਹੁਤ ਨੁਕਸਾਨ ਹੋਇਆ। ਦਰਬਾਰ ਸਾਹਿਬ ਪਰਿਸਰ 'ਚ ਮੌਜੂਦ ਲੋਕਾਂ ਨੂੰ ਵਾਰ-ਵਾਰ ਬਾਹਰ ਆਉਣ ਦੀ ਅਪੀਲ ਕੀਤੀ ਜਾ ਰਹੀ ਸੀ
पर दस्सिया जांदा है कि 5 जून की शाम तक सिर्फ 129 लोग ही बाहर आए। इसनूं इंटैलीजेंस की नलैकी ते तालमेल की घाट दस्सिया जांदा है कि फौज के ऑपरेशन शुरू होने तक भी यह पता ही नहीं सी कि दरबार साहब परिसर के अंदर किन्ने हथियारबंद लड़ाकू ने ते उन्हां दे कोल किहड़े हथियार मौजूद ने। इसलिए ऑपरेशन ब्लू स्टार का शुरुआती तौर तां सिर्फ इस गल का अंदाजा लगाने लई सी कि दुश्मन के ठिकाने ते किन्ने को हथियार मौजूद ने। जद फौज ने दरबार साहब के चगिरदे दियां इमारतां नूं अपने कब्जे च लिया तां दरबार साहब के अंदर मौजूद हथियारबंद दुश्मन ही सब तो वड्डी चुनौती सन, जिन्हां नाल नजिठण लई फौज नूं आखिरकार पहलां गोला बारूद ते फिर बख्तरबंद गड्डियां ते टैंकां दे नाल अंदर दाखल होना पिया, जिथे ऑपरेशन ब्लू स्टार की सब तो वध विवादित खूनी जंग लड़ी गई। ये तकरीबन एक किलिंग ग्राउंड सा बन गया था जिसके अंदर हमारे ऊपर बहुत नुकसान हुआ। Our action was not against the Sikhs, it was not against the Sikh religion, it was not against the Golden Temple.